श्री वाहिगुरु साहिब जी। तिलक जंजू राखा प्रभता का, केनो बड़ो कलू में साका। तिलक जंजू राखा प्रभता का, केनो बलू कड़लू में साका। साधन हेत इति जिन करी, सीस दिया परसी न उचरे। जुगो जुग अटल चवर छत्र तख्त दे मालिक, हाजरा हजूर ज़ारा ज़हूर शब्द गुरु। धन सतगुरु गुरु ग्रंथ साहिब सच्चे पातशाह महाराज जी की पावन पवित्र निघी गोद अंदर ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ ਵਡਭਾਗੀ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਇੱਕ ਵਾਰ ਫਿਰ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸਮਾਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਇਸ ਵਾਰੀ 400ਵਾਂ ਸ਼ਹੀਦੀ ਦਿਵਸ ਆ ਰਿਹਾ ਹੈ, ਉਸ ਨੂੰ ਸਮਰਪਿਤ ਜੋ ਆਉਣ ਵਾਲੀ 19 ਤਰੀਕ ਨੂੰ ਗੁਰੂ ਪਾਤਸ਼ਾਹ ਦਾ ਇਹ ਪਾਵਨ ਦਿਹਾੜਾ ਹੈ, ਉਸੇ ਨੂੰ ਸਮਰਪਿਤ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਾਂਗੇ। ਗੁਰੂ ਪਾਤਸ਼ਾਹ ਦੇ ਪਾਵਨ ਜੀਵਨ ਇਤਿਹਾਸ ਨੂੰ ਵਿਚਾਰਾਂਗੇ। ਮਨੋਬਿਰਤੀਆਂ ਨੂੰ ਬੜੇ ਪਿਆਰ ਨਾਲ ਇਕਾਗਰ ਕਰਦੇ ਹਾਂ। ਫਤਿਹ ਨਾਲ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਉਹਨਾਂ ਦਾ ਆਗਮਨ ਹੋਇਆ, ਪ੍ਰਕਾਸ਼ ਹੋਇਆ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ 5 ਬੱਚਿਆਂ ਦਾ ਜਨਮ ਹੋਇਆ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ। ਗੁਰਦਿੱਤਾ ਜੀ ਤੋਂ ਬਾਅਦ ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਬਾਬਾ ਸੂਰਜਮਲ ਜੀ, ਔਰ ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਇਹਨਾਂ 5 ਭਰਾਵਾਂ ਦੀ ਇੱਕ ਭੈਣ ਹੈ ਜਿਹਦਾ ਨਾਮ ਹੈ ਬੀਬੀ ਵੀਰੋ ਜੀ। 6 ਬੱਚਿਆਂ ਦੇ ਵਿੱਚੋਂ 5 ਬੱਚੇ ਜੋ ਨੇ ਉਹ ਪੁੱਤਰ ਰੂਪ ਦੇ ਵਿੱਚ ਨੇ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦੇ ਗ੍ਰਹਿ ਵਿਖੇ 6ਵੀਂ ਪਾਤਸ਼ਾਹੀ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਦਿੱਤੀ ਤੇ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਵੀ ਅੱਗੇ 2 ਸਪੁੱਤਰ ਨੇ। ਇੱਕ ਦਾ ਨਾਮ ਹੈ ਰਾਮ ਰਾਏ ਜੀ, ਇੱਕ ਦਾ ਨਾਮ ਧੀਰਮਲ ਜੀ ਤੇ ਇੱਕ ਦਾ ਨਾਮ ਹੈ ਹਰ ਰਾਏ ਸਾਹਿਬ। ਤੇ ਧੰਨ ਗੁਰੂ ਹਰ ਰਾਏ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੂੰ ਗੁਰਤਾ ਗੱਦੀ 7ਵੇਂ ਜਾਮੇ ਅੰਦਰ ਪ੍ਰਾਪਤ ਹੋਈ, ਗੁਰੂ ਹਰ ਰਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚੋਂ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ 8ਵੀਂ ਪਾਤਸ਼ਾਹੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਤੇ 8ਵੀਂ ਪਾਤਸ਼ਾਹੀ ਨੇ ਸੰਸਾਰ ਦੇ ਜੀਵਾਂ ਦੇ ਉੱਪਰ ਪਰਉਪਕਾਰ ਕਰਦਿਆਂ ਹੋਇਆਂ ਇਸ ਦਿੱਲੀ ਦੇ ਧਰਤੀ ਉੱਪਰ ਆਪਣਾ ਚੋਲਾ ਤਿਆਗਿਆ ਸੀ ਅਤੇ ਬਚਨ ਕੀਤੇ ਸਨ ਕਿ ਬਾਬਾ ਬਸੈ ਜੇ ਗ੍ਰਾਮ ਬਕਾਲੇ। ਤੇ ਉਸ ਵੇਲੇ ਬਕਾਲੇ ਦੀ ਧਰਤੀ ਉੱਪਰ ਧੰਨ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਜਿਹੜੇ ਨੇ ਉਹ ਮੌਜੂਦ ਨੇ, ਔਰ ਗੁਰੂ ਪਾਤਸ਼ਾਹ ਨੇ ਜੋ ਸ਼ਬਦ ਵਰਤੇ ਨੇ ਉਹ ਸ਼ਬਦ ਨੇ ਬਾਬਾ। ਬਾਬਾ ਸ਼ਬਦ ਕਿਹਾ ਜਾਂਦਾ ਸੀ ਆਮ ਖਾਸ ਦਾਦੇ ਨੂੰ। ਤੇ ਰਿਸ਼ਤੇ ਅੰਦਰ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ 8ਵੀਂ ਪਾਤਸ਼ਾਹੀ ਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾਦਾ ਹੀ ਲੱਗਦੇ ਨੇ। ਸੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਭ ਤੋਂ ਛੋਟੇ। ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਨੇ ਫਿਰ ਅੱਜ ਦੇ ਸ਼ਬਦ ਨੂੰ ਵਿਚਾਰਾਂਗੇ ਜੋ ਗੁਰੂ ਪਾਤਸ਼ਾਹ ਦਾ ਸੁਰਠ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ। ਗੁਰੂ ਮਹਾਰਾਜ ਦੀ ਉਮਰ ਬੜੀ ਛੋਟੀ ਹੈ ਤੇ ਉਸ ਵੇਲੇ ਸਭ ਤੋਂ ਵੱਡੇ ਸਾਹਿਬਜ਼ਾਦੇ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਵਿਆਹ ਆਉਣ ਲੱਗਾ। ਵਿਆਹ ਆਇਆ ਤੇ ਸਤਿਗੁਰੂ ਮਹਾਰਾਜ ਨੇ ਸਾਰੇ ਸਾਹਿਬਜ਼ਾਦਿਆਂ ਲਈ, ਖਾਸ ਕਰਕੇ ਮਾਤਾ ਜੀ ਨੇ ਸਾਰੇ ਸਾਹਿਬਜ਼ਾਦਿਆਂ ਲਈ ਇੱਕੋ ਵਰਗੀ ਡਰੈਸ ਜਿਹੜੀ ਹੈ ਤਿਆਰ ਕਰਵਾਈ, ਪੋਸ਼ਾਕ ਜਿਹੜੀ ਸੀ ਸੋਹਣੀ ਤਿਆਰ ਕਰਵਾਈ। ਜੋ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਨੂੰ ਪਾਈ ਗਈ, ਉਹੀ ਹੋਰ 4 ਸਾਹਿਬਜ਼ਾਦਿਆਂ ਨੂੰ ਵੀ ਉਸੇ ਤਰ੍ਹਾਂ ਦੀ ਪੋਸ਼ਾਕ ਜਿਹੜੀ ਹੈ ਉਹ ਬਣਵਾਈ ਗਈ। ਤੇ ਉਸ ਵੇਲੇ ਦੇ ਸਮੇਂ ਦੇ ਮੁਤਾਬਕ ਜਦੋਂ ਬਰਾਤ ਢੁਕਣ ਲੱਗੀ ਬਾਬਾ ਗੁਰਦਿੱਤਾ ਜੀ ਦੀ, ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ, ਜਿਨ੍ਹਾਂ ਦਾ ਨਾਮ ਇਤਿਹਾਸਕਾਰਾਂ ਨੇ ਤਿਆਗਮਲ ਲਿਖਿਆ ਹੈ, ਤਿਆਗਮਲ ਜੀ ਨੇ ਵੀ ਉਸੇ ਤਰ੍ਹਾਂ ਦੀ ਉਹ ਪੋਸ਼ਾਕ ਪਾਈ। ਪਰ ਜਦੋਂ ਪੋਸ਼ਾਕ ਪਾ ਕੇ ਉਹ ਬਾਹਰ ਲੰਘੇ ਤੇ ਕੀ ਦੇਖਦੇ ਨੇ ਕਿ ਕੁਝ ਬੱਚੇ ਅੱਗੇ ਆਉਂਦੇ ਨੇ ਨੱਚਣ ਲਈ, ਪਰ ਪਿੱਛੇ ਹਟ ਜਾਂਦੇ ਨੇ ਕਿਉਂਕਿ ਤਨ ਦੇ ਉੱਪਰ ਕੱਪੜੇ ਨਹੀਂ ਬਣਾਉਂਦੇ, ਤਨ ਦੇ ਉੱਪਰ ਚੰਗੀ ਪੋਸ਼ਾਕ ਨਹੀਂ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੇਵਲ ਤਿਆਗਮਲ ਨਾਮ ਹੀ ਨਹੀਂ ਸੀ, ਵਾਕਈ ਤਿਆਗ ਦੇ ਧਨੀ ਸਨ। ਮਹਾਰਾਜ ਆਪਣੇ ਹਾਣੀ ਤੇ ਉਸ ਬੱਚੇ ਨੂੰ ਹੱਥ ਪਕੜ ਕੇ ਨਾਲ ਇੱਕ ਪਾਸੇ ਲੈ ਕੇ ਗਏ। ਆਪਣੇ ਤਨ ਦੇ ਉੱਪਰ ਪਾਈ ਹੋਈ ਉਹ ਸੋਹਣੀ ਪੋਸ਼ਾਕ ਜਿਹੜੀ ਹੈ ਉਸ ਬੱਚੇ ਦੇ ਤਨ ਦੇ ਉੱਪਰ ਪਾਈ ਗਈ। ਤੇ ਆਪ ਗੁਰੂ ਪਾਤਸ਼ਾਹ ਨੇ ਜੋ ਘਰ ਦੇ ਅੰਦਰ ਅਸੀਂ ਰੋਜ਼ ਕੱਪੜੇ ਯੂਜ਼ ਕਰਦੇ ਹਾਂ, ਉਸ ਤਰ੍ਹਾਂ ਦੇ ਘਰ ਦੇ ਕੱਪੜੇ ਪਾ ਲਏ ਤੇ ਉਹ ਸੋਹਣੀ ਪੋਸ਼ਾਕ ਉਸ ਬੱਚੇ ਨੂੰ ਪਾ ਦਿੱਤੀ। ਇਹ ਦੇਖ ਕੇ ਮਾਤਾ ਜੀ ਨੇ ਬੜਾ ਗੁੱਸਾ ਕੀਤਾ, ਕਿਉਂਕਿ ਮਾਤਾ ਜੀ ਨੇ ਬੜੀਆਂ ਸਦਰਾਂ ਦੇ ਨਾਲ ਸਾਰੇ ਬੱਚਿਆਂ ਲਈ, ਆਪਣੇ ਸਾਹਿਬਜ਼ਾਦਿਆਂ ਲਈ ਉਹ ਪੋਸ਼ਾਕ ਤਿਆਰ ਕੀਤੀ ਸੀ। ਤੇ ਕਈ ਦਿਨਾਂ ਦੀ ਤਿਆਰੀ ਤੋਂ ਬਾਅਦ ਉਹ ਪੋਸ਼ਾਕ ਤਿਆਰ ਹੋਈ, ਹੁਣ ਪੋਸ਼ਾਕ ਪਾ ਕੇ ਤੁਰੇ ਵੀ ਨੇ ਤੇ ਕੀ ਦੇਖਦੇ ਨੇ ਕਿ ਉਹ ਪੋਸ਼ਾਕ ਕਿਸੇ ਹੋਰ ਬੱਚੇ ਨੇ ਪਾਈ ਹੋਈ ਹੈ। ਤੇ ਤਿਆਗ ਦੀ ਮੱਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਹਿਲੀ ਉਮਰੇ ਹੀ ਮਹਾਰਾਜ ਨੇ ਉਹ ਪੋਸ਼ਾਕ ਕਿਸੇ ਹੋਰ ਬੱਚੇ ਨੂੰ ਦੇ ਦਿੱਤੀ। ਜਦੋਂ ਇਹ ਪਤਾ ਲੱਗਾ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਪਿਤਾ ਜੀ ਨੂੰ ਤੇ ਚੁੱਕ ਕੇ ਗਲ ਦੇ ਨਾਲ ਲਾ ਲਿਆ। ਗੁਰੂ ਪਾਤਸ਼ਾਹ ਤੇ ਦੋਰਨਦਰਸ਼ੀ ਨੇ ਉਹਨਾਂ ਨੇ ਗਲ ਦੇ ਨਾਲ ਲਾ ਕੇ ਆਖਿਆ ਕਿ ਜਿਸ ਕਾਰਜ ਵਾਸਤੇ ਆਏ ਹੋ ਉਹ ਕਾਰਜ ਤੁਸੀਂ ਸ਼ੁਰੂ ਵੀ ਕਰ ਦਿੱਤਾ ਹੈ, ਆਰੰਭ ਵੀ ਕਰ ਦਿੱਤਾ ਹੈ। ਅੱਜ ਕਿਸੇ ਦਾ ਤਨ ਤੁਸੀਂ ਨੰਗੇਜ ਦੇਖਿਆ ਤੇ ਉਹਨਾਂ ਦੇ ਤਨ ਦੇ ਉੱਪਰ ਕੱਪੜੇ ਪਾ ਕੇ ਤੁਸੀਂ ਉਹਨਾਂ ਦਾ ਤਨ ਢੱਕ ਦਿੱਤਾ। ਜਦੋਂ ਇਸ ਧਰਤੀ ਦੇ ਉੱਪਰ ਸੰਸਾਰ ਦੇ ਲੋਕਾਂ ਦਾ ਨੰਗੇਜ ਦੇਖੋਗੇ ਤੇ ਇਸ ਧਰਤੀ ਦੇ ਉੱਪਰ ਹੀ ਸੀ ਉਹਨਾਂ ਦਾ ਤਨ ਢੱਕਣ ਲਈ ਚਾਦਰ ਪਾ ਦਿਓਗੇ। ਇਸੇ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਇਸ ਮਾਲਕ ਦੀ ਕਿਰਪਾ ਦੇ ਨਾਲ ਇਸ ਸੰਸਾਰ ਦੇ ਲੋਕਾਂ ਦਾ ਤਨ ਢੱਕਣ ਲਈ ਹਿੰਦ ਦਾ ਚਾਦਰ ਕਿਹਾ ਜਾਂਦਾ ਹੈ ਗੁਰੂ ਤੇਗ ਪਾਤਸ਼ਾਹ ਨੂੰ। ਤੇ ਕੇਵਲ ਮਹਾਰਾਜ ਨੇ ਇੱਕ ਧਰਮ ਦੀ ਖਾਤਰ ਨਹੀਂ, ਸਾਰੀ ਮਨੁੱਖਤਾ ਦੇ ਉਹਨਾਂ ਹੱਕਾਂ ਲਈ ਗੁਰੂ ਤੇਗ ਪਾਤਸ਼ਾਹ ਨੇ ਇਹ ਰਹਿਮਤਾਂ ਸੰਸਾਰ ਦੇ ਵਿੱਚ ਕੀਤੀਆਂ। ਮਹਾਰਾਜ 13 ਸਾਲ ਦੀ ਅਰਬਲਾ ਜਦੋਂ ਹੋਈ ਤੇ ਪਹਿਲੀ ਜੰਗ ਦੇ ਅੰਦਰ ਗੁਰੂ ਪਾਤਸ਼ਾਹ ਅੱਜ ਸ਼ਾਮਿਲ ਹੋਏ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ। ਇਤਿਹਾਸਕਾਰਾਂ ਨੇ ਲਿਖਿਆ ਕਿ ਮਹਾਰਾਜ ਦਾ ਉਸ ਵੇਲੇ ਵਿਆਹ ਹੋ ਗਿਆ ਸੀ 13 ਸਾਲ ਦੀ ਅਰਬਲਾ ਦੇ ਵਿੱਚ, ਕਿਉਂਕਿ ਪਹਿਲਾਂ ਛੋਟੀ ਉਮਰੇ ਹੀ ਵਿਆਹ ਕਰ ਦਿੱਤਾ ਜਾਂਦਾ ਸੀ। ਤੇ ਮਾਤਾ ਗੁਜਰ ਕੌਰ ਜੀ ਵੀ ਇਹ ਸਾਰੇ ਦੇਖਦੇ ਨੇ ਕਿ ਉਹ ਜੰਗੇ ਮੈਦਾਨ ਦੇ ਜਾਂਦੇ ਨੇ। ਤੇ ਮਾਤਾ ਨਾਨਕੀ ਜੀ ਨੇ ਇੱਕ ਅਹਿਲਕਾਰ ਨੂੰ ਬੁਲਾਇਆ, ਕਹਿੰਦੇ ਸਵੇਰ ਤੋਂ ਜੰਗ ਹੋ ਰਹੀ ਹੈ, ਜਾਓ ਜਾ ਕੇ ਤੇਗ ਬਹਾਦਰ ਨੂੰ ਜਾਂ ਤਿਆਗਮਲ ਨੂੰ ਬੁਲਾ ਕੇ ਲੈ ਕੇ ਆਓ, ਕਿਉਂਕਿ ਵਿਆਹ ਨੂੰ ਅਜੇ ਕੁਝ ਦਿਨ ਹੋਏ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਸ ਅਹਿਲਕਾਰ ਨੂੰ ਜੋ ਸੁਨੇਹਾ ਲੈ ਕੇ ਆਇਆ ਸੀ, ਕਹਿਣ ਲੱਗੇ ਮਾਤਾ ਜੀ ਨੂੰ ਜਾ ਕੇ ਕਹਿ ਦਿਓ ਇੱਕ ਸਿਪਾਹੀ ਜਿਹੜਾ ਹੈ ਜਾਂ ਤੇ ਜੰਗ ਜਿੱਤ ਕੇ ਆਂਦਾ ਹੈ ਜਾਂ ਫਿਰ ਸ਼ਹਾਦਤ ਦਾ ਜੰਮ ਪੀ ਕੇ ਆਂਦਾ ਹੈ। ਉਹ ਜੰਗ ਮਹਾਰਾਜ ਨੇ ਜਿੱਤੀ ਸੀ। ਜੰਗ ਜਿੱਤ ਕੇ ਜਦੋਂ ਵਾਪਸ ਆਏ
ਗੁਰੂ ਪਾਤਸ਼ਾਹ ਦੇ ਹੋਰ ਨਾਲ ਜਿਹੜੇ ਸਿੱਖ ਨੇ ਉਹਨਾਂ ਨੇ, ਔਰ ਗੁਰੂ ਪਾਤਸ਼ਾਹ ਨੇ ਆਪ ਜਦੋਂ ਤਿਆਗ ਮੂਰਤ ਨੂੰ, ਤਿਆਗ ਮਲਜ ਨੂੰ ਜੰਗ ਦੇ ਅੰਦਰ ਜੂਝਦਿਆਂ ਹੋਇਆਂ ਦੇਖਿਆ ਤੇ ਉਹਨਾਂ ਨੇ ਇਹ ਬਚਨ ਕੇਸਨ ਕਿ ਬੇਟਾ ਤੇਰਾ ਨਾਮ ਤਿਆਗ ਮਲ ਨਹੀਂ, ਤੂੰ ਤੇ ਤੇਗ ਦਾ ਬਹਾਦਰ ਹੈ। ਤੇਗ ਕੇ ਤਲਵਾਰ ਨੂੰ, ਤੂੰ ਤੇਗ ਦਾ ਬਹਾਦਰ ਹੈ। ਤੇ ਗੁਰੂ ਪਾਤਸ਼ਾਹ ਨੇ ਆਪਣੇ ਕੋਲੋਂ ਇੱਕ ਰੁਮਾਲ ਔਰ ਇੱਕ ਕਟਾਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਦਿੱਤੀ ਸੀ ਤੇ ਉਸ ਦਿਨ ਤੋਂ ਬਾਅਦ ਗੁਰੂ ਪਾਤਸ਼ਾਹ ਦਾ ਨਾਮ ਤੇਗ ਬਹਾਦਰ ਹੋ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਗੱਲ ਕਰਦੇ ਹਾਂ। ਮਹਾਰਾਜ ਦੇ 57 ਸ਼ਲੋਕ ਨੇ ਜੋ ਅਸੀਂ ਭੋਗ ਦੇ ਸ਼ਲੋਕ ਕਹਿੰਦੇ ਆ, ਔਰ 59 ਸ਼ਬਦ ਨੇ। ਜਦੋਂ ਇਹਨਾਂ ਸ਼ਬਦਾਂ ਦਾ ਔਰ ਸ਼ਲੋਕਾਂ ਦਾ ਟੋਟਲ ਕੀਤਾ ਜਾਂਦਾ ਹੈ ਤੇ ਉਹ ਬਣਦਾ ਹੈ ਜੀ 116। ਯਾਦ ਰੱਖਣਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਬਾਣੀ ਹੈ ਉਹ ਬਾਬਾ ਫਰੀਦ ਸਾਹਿਬ ਦੀ ਬਾਣੀ ਹੈ, ਜੋ ਪਿਛਲੇ ਦਿਨੀ ਅਸੀਂ ਵਿਚਾਰੀ ਹੈ। ਬਾਬਾ ਫਰੀਦ ਸਾਹਿਬ ਜੀ ਦੇ ਵੀ 130 ਸ਼ਲੋਕਾਂ ਦੇ ਵਿੱਚੋਂ 112 ਸ਼ਲੋਕ ਨੇ, ਔਰ ਬਾਬਾ ਫਰੀਦ ਸਾਹਿਬ ਜੀ ਦੇ 4 ਸ਼ਬਦ ਨੇ। ਉਹਨਾਂ ਸ਼ਬਦਾਂ ਦਾ ਵੀ ਟੋਟਲ ਜਿਹੜਾ ਬਣਦਾ ਹੈ ਉਹ 116 ਬਣਦਾ ਹੈ। ਔਰ ਬਾਬਾ ਫਰੀਦ ਸਾਹਿਬ ਸਭ ਤੋਂ ਪੁਰਾਤਨ ਭਗਤ ਨੇ। ਇੰਜ ਕਹਿ ਲਵਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ 500 ਸਾਲਾਂ ਦੇ ਅੰਦਰ ਜੋ ਮਹਾਪੁਰਸ਼ ਸੰਸਾਰ ਦੇ ਵਿੱਚ ਆਏ, ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ 1675 ਤੇ ਜਦੋਂ ਬਾਬਾ ਫਰੀਦ ਸਾਹਿਬ ਦੀ ਗੱਲ ਕਰਦੇ ਹਾਂ ਤੇ ਬਾਬਾ ਫਰੀਦ ਸਾਹਿਬ 1173 ਦੇ ਅੰਦਰ ਉਹਨਾਂ ਦਾ ਜਨਮ ਹੈ। ਸੋ 500 ਸਾਲਾਂ ਦੇ ਅੰਦਰ ਜੋ ਮਹਾਪੁਰਸ਼ ਇਸ ਧਰਤੀ ਦੇ ਉੱਪਰ ਆਏ, ਭਾਵੇਂ ਉਹ ਗੁਰੂ ਨੇ, ਭਾਵੇਂ ਉਹ ਭੱਟ ਸਾਹਿਬਾਨ ਨੇ, ਭਾਵੇਂ ਉਹ ਭਗਤ ਸਾਹਿਬਾਨ ਨੇ, ਉਹਨਾਂ 35 ਮਹਾਪੁਰਸ਼ਾਂ ਦੀ ਬਾਣੀ 500 ਸਾਲਾਂ ਦੇ ਉਹਨਾਂ ਮਹਾਪੁਰਸ਼ਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਉਤਰਿਆ ਹੋਇਆ ਉਹ ਨਾਮ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਉਹ ਨਾਮ ਰੂਪੀ ਖਜ਼ਾਨਾ ਭਰਿਆ ਹੋਇਆ। ਇਹ 500 ਸਾਲਾਂ ਦਾ ਖਜ਼ਾਨਾ ਹੈ। ਔਰ ਦੇਖੋ, ਸੰਜੋਗ ਦੀ ਗੱਲ ਹੈ ਕਿ ਬਾਬਾ ਫਰੀਦ ਸਾਹਿਬ ਜੋ ਸਭ ਤੋਂ ਪਹਿਲੇ ਭਗਤ ਨੇ, ਉਹਨਾਂ ਦੇ ਸ਼ਬਦ ਵੀ ਜਿਹੜਾ ਟੋਟਲ ਬਣਦਾ 116 ਬਣਦਾ ਹੈ। ਔਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸਭ ਤੋਂ ਅਖੀਰ ਦੀ ਬਾਣੀ ਅੰਕਿਤ ਕੀਤੀ ਗਈ, ਮਹਾਰਾਜ ਦਾ ਇੱਕ ਅਖੀਰਲਾ ਰਾਗ ਜੈਜਾਵੰਤੀ ਰਾਗ ਨੂੰ ਕਿਹਾ ਜਾਂਦਾ ਹੈ, ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਆਪ ਉਚਾਰਨ ਕੀਤਾ ਹੋਇਆ ਨਵੇਕਲਾ ਰਾਗ ਹੈ। ਸਤਿਗੁਰੂ ਮਹਾਰਾਜ ਨੇ ਇਸ ਪਾਵਨ ਬਾਣੀ ਅੰਦਰ ਫਿਰ 116 ਸ਼ਲੋਕ ਔਰ ਕਹਿ ਲਵਾਂ ਕਿ ਨਾਲ ਸ਼ਬਦ ਜਿਹੜੇ ਨੇ ਇਹ ਟੋਟਲ ਬਣੇ ਨੇ। ਇੱਕ ਗੱਲ ਹੋਰ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਅੰਦਰ ਇੱਕ ਵਿਲੱਖਣਤਾ ਹੈ, ਇੱਕ ਵੱਖਰਾਪਨ ਹੈ। ਜਿੱਥੇ ਗੁਰੂ ਪਾਤਸ਼ਾਹ ਨੇ ਆਪਣੀ ਸਾਰੀ ਬਾਣੀ ਜਿਹੜੀ ਹੈ ਉਹ ਹਿੰਦੀ ਦੇ ਉਚਾਰਨ ਕੀਤੀ, ਹਾਲਾਂਕਿ ਉਸ ਨੂੰ ਗੁਰਮੁਖੀ ਵੇਦ ਦਿੱਤਾ ਗਿਆ, ਪਰ ਮਹਾਰਾਜ ਨੇ ਉਹ ਹਿੰਦੀ ਦੇ ਉਚਾਰਨ ਕੀਤੀ। ਉਸ ਦਾ ਇੱਕ ਕਾਰਨ ਸੀ ਕਿ ਔਰੰਗਜ਼ੇਬ ਵੱਲੋਂ ਇਹ ਹੁਕਮ ਸੀ ਕਿ ਹਿੰਦੁਸਤਾਨ ਦੇ ਅੰਦਰ ਵਸਦਾ ਹੋਇਆ ਹਰ ਬਸ਼ਿੰਦਾ ਜਿਹੜਾ ਹੈ ਉਹ ਅਰਬੀ ਔਰ ਫਾਰਸੀ ਭਾਸ਼ਾ ਦਾ ਪ੍ਰਯੋਗ ਕਰੇਗਾ, ਉਹੀ ਬੋਲੇਗਾ। ਤੇ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਹਿੰਦੀ ਦੇ ਵਿੱਚ ਇਹ ਬਾਣੀ ਉਚਾਰਨ ਕਰਕੇ ਲੋਕਾਂ ਦੇ ਸਾਹਮਣੇ ਔਰ ਔਰੰਗਜ਼ੇਬ ਨੂੰ ਇਹ ਐਲਾਨ ਦਿੱਤਾ ਕਿ ਅਸਲ ਦੇ ਵਿੱਚ ਭੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਕੋਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਜਿੱਥੇ ਇੱਕ ਭੈ ਸਹਾਰਨਾ, ਡਰ ਸਹਾਰਨਾ ਇੱਕ ਜ਼ੁਲਮ ਪਾਪ ਹੈ, ਉੱਥੇ ਡਰ ਦੇਣਾ ਵੀ ਇੱਕ ਪਾਪ ਹੈ। ਉਹ ਆਖਦੇ ਨੇ ਕਿ ਨਾ ਅਸੀਂ ਕਿਸੇ ਦਾ ਭੈ ਸਹਾਰਦੇ ਆ ਔਰ ਨਾ ਕਿਸੇ ਨੂੰ ਡਰ ਦਿੰਦੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜੋ ਪਾਵਨ ਸ਼ਬਦ ਆਪ ਨਾਲ ਸਾਂਝਾ ਕਰਨਾ ਹੈ, ਮਹਾਰਾਜ ਆਖਦੇ ਨੇ ਸੋਰਠ ਮਹਲਾ 9ਵਾਂ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਹੁਣ ਇਹ ਸ਼ਬਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜਦੋਂ ਕਈ ਵਾਰੀ ਹੁਕਮਨਾਮੇ ਦੇ ਰੂਪ ਦੇ ਆਉਂਦਾ ਹੈ ਤੇ ਮਨੁੱਖ ਸੋਚਦਾ ਕਿ ਸ਼ਾਇਦ ਦੁੱਖ ਦਾ ਕੋਈ ਸ਼ਬਦ ਅੱਗੇ ਹੈ, ਪਰ ਸਤਿਗੁਰੂ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਇੱਕ ਪੂਰਨ ਪੁਰਖ ਦੇ, ਅਸਲ ਦੇ ਜੋ ਮਾਲਕ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਜੀਵ ਹੈ, ਉਹਦੇ ਗੁਣ ਬਿਆਨ ਕੀਤੇ ਨੇ।
ਸਤਿਗੁਰ ਆਖਦੇ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਜਿਹੜਾ ਦੁੱਖਾਂ ਦੇ ਵਿੱਚ ਘਾਬਰੇ ਨਾ, ਦੁੱਖਾਂ ਦੇ ਵਿੱਚ ਡੋਲ ਨਾ ਜਾਏ, ਕਿਉਂਕਿ ਸੁਖ ਦੁੱਖ ਇਸ ਮਨ ਕੀ ਬਿਰਥਾ। ਗੁਰਬਾਣੀ ਤੇ ਇੱਥੋਂ ਤੱਕ ਆਖਦੀ ਹੈ ਕਿ ਸੁਖ ਦੁੱਖ ਸਾਡੇ ਮਨ ਦੀ ਉਪਜ ਹੈ। ਜਿਨ੍ਹਾਂ ਨੂੰ ਅਸੀਂ ਸੁਖ ਸਮਝੀ ਬੈਠੇ ਹਾਂ, ਕਿਨ੍ਹਾਂ ਨੂੰ ਅਸੀਂ ਦੁੱਖ ਸਮਝੀ ਬੈਠੇ ਹਾਂ, ਇਹ ਮਨ ਦੀ ਬਿਰਥਾ ਹੈ। ਪਰ ਜੋ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਉਹ ਸੁਖ ਔਰ ਦੁੱਖ ਤੋਂ ਉੱਚਾ ਉੱਠ ਕੇ ਜੀਵਨ ਬਤੀਤ ਕਰਦਾ ਹੈ। ਜਿਵੇਂ ਇੱਕ ਯਾਤਰੀ ਯਾਤਰਾ ਤੇ ਤੁਰਿਆ ਹੈ, ਕਿਸੇ ਮੰਜ਼ਿਲ ਤੱਕ ਪਹੁੰਚਣਾ ਹੈ ਉਸਨੇ, ਰਸਤੇ ਅੰਦਰ ਉਸਨੂੰ ਕਈ ਬਰਾਤਾਂ ਵੀ ਮਿਲਣਗੀਆਂ। ਉਹ ਬਰਾਤਾਂ ਦੇ ਵਿੱਚ ਦੇਖਦਾ ਜ਼ਰੂਰ ਹੈ, ਪਰ ਉਹਨਾਂ ਦੇ ਨੱਚਣ ਨਹੀਂ ਲੱਗ ਜਾਂਦਾ। ਉਹਨੇ ਦੇਖਿਆ ਕਿ ਬਰਾਤ ਚੜ੍ਹ ਰਹੀ ਹੈ, ਲੋਕ ਨੱਚੀ ਜਾ ਰਹੇ ਨੇ, ਉੱਥੋਂ ਉਹ ਸਫ਼ਰ ਕਰਦਾ ਹੋਇਆ ਲੰਘ ਜਾਂਦਾ ਹੈ। ਰਸਤੇ ਅੰਦਰ ਉਹਨੇ ਦੇਖਿਆ ਕਿ ਕਈ ਲੋਕ ਕਿਸੇ ਮਨੁੱਖ ਦੀ ਅਰਥੀ ਲੈ ਕੇ ਜਾ ਰਹੇ ਨੇ। ਉਹਨਾਂ ਦੇ ਸ਼ਾਮਿਲ ਹੋ ਕੇ ਉਹ ਰੋਣ ਨਹੀਂ ਲੱਗ ਜਾਂਦਾ, ਉਹ ਆਪਣੇ ਸਫਲ ਵੱਲ, ਆਪਣੀ ਮੰਜ਼ਿਲ ਵੱਲ ਤੁਰਦਾ ਰਹਿੰਦਾ ਹੈ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਇਸੇ ਤਰ੍ਹਾਂ ਪੂਰਨ ਪੁਰਖ ਸੰਸਾਰ ਦੇ ਵਿੱਚ ਸੁੱਖ ਔਰ ਦੁੱਖ ਤੋਂ ਨਿਰਲੇਪ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਸੁੱਖ ਦੁੱਖ ਆਏ ਨੇ, ਉਹਨਾਂ ਨੂੰ ਰੱਬ ਦੀ ਰਜ਼ਾ ਸਮਝ ਕੇ ਰੱਬ ਦੇ ਹੁਕਮ ਦੇ ਚੱਲਦਾ ਹੈ। ਇਸੇ ਨੂੰ ਮੇਰੇ ਮਾਲਕ ਆਖਦੇ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖਾਂ ਨੂੰ ਦੁੱਖ ਨਾ ਸਮਝੇ, ਦੁੱਖਾਂ ਦੇ ਅੰਦਰ ਡੋਲ ਕੇ ਰੱਬ ਨੂੰ ਗਿਲੇ ਸ਼ਿਕਵੇ ਨਾ ਕਰਨ ਲੱਗ ਜਾਏ। ਕਿਉਂਕਿ ਮਨੁੱਖੀ ਸੁਭਾਅ ਹੈ ਕਿ ਜਦੋਂ ਕੁਝ ਪ੍ਰਾਪਤ ਕਰਦਾ ਹੈ ਤੇ ਹੰਕਾਰ ਕਰ ਲੈਂਦਾ ਹੈ, ਜਦੋਂ ਕੁਝ ਚਲਾ ਜਾਏ ਉਹ ਰੋਣ ਲੱਗ ਜਾਂਦਾ ਹੈ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਮਨੁੱਖੀ ਸੁਭਾਅ ਦੀ ਹਾਲਤ ਹੈ। ਪਰ ਗੁਰੂ ਪਾਤਸ਼ਾਹ ਆਖਦੇ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ, ਸੁੱਖਾਂ ਦੇ ਨਾਲ ਸਨੇਹ ਨਹੀਂ ਹੈ, ਸੁੱਖਾਂ ਦੇ ਨਾਲ ਪਿਆਰ ਨਹੀਂ ਹੈ। ਸੁਖ ਆਇਆ ਹੈ, ਉਸ ਮਾਲਕ ਦੀ ਰਜ਼ਾ ਹੈ, ਉਸ ਪ੍ਰਭੂ ਦਾ ਸ਼ੁਕਰਾਨਾ ਹੈ। ਪਰ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਸੁਖ ਸਨੇਹ ਅਰ ਭੈ ਨਹੀਂ ਜਾਕੇ, ਉਸ ਨੂੰ ਕਿਸੇ ਤਰ੍ਹਾਂ ਦਾ ਭੈ ਨਹੀਂ ਹੈ, ਕੋਈ ਡਰ ਨਹੀਂ ਹੈ। ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਪ੍ਰਭੂ ਨੂੰ ਜਪ ਕੇ ਸਾਰੇ ਭਉ, ਸਾਰੇ ਡਰ ਮੁੱਕ ਗਏ ਨੇ। ਜੇ ਡਰ ਹੁੰਦਾ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੀ ਦਿੱਲੀ ਧਰਤੀ ਪਰ ਆਂਦੇ, ਜੇ ਆ ਵੀ ਜਾਂਦੇ ਤੇ ਜੋ ਉਹਨਾਂ ਨੇ ਕਿਹਾ ਸੀ ਕਿ ਗੁਰੂ ਪਾਤਸ਼ਾਹ ਤੁਸੀਂ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਪਰ ਵਿਚਰ ਰਹੇ ਹੋ, ਇਸੇ ਤਰ੍ਹਾਂ ਇੱਥੇ ਰਹਿਣਾ ਹੈ, ਤੁਹਾਡੀ ਉਸੇ ਤਰ੍ਹਾਂ ਪੂਜਾ ਹੋਏਗੀ, ਤੁਹਾਨੂੰ ਮਾਨ ਸਨਮਾਨ ਦੁਨੀਆ ਦੇ ਸਾਰੇ ਸੁੱਖ ਦਿੱਤੇ ਜਾਣਗੇ, ਪਰ ਤੁਸੀਂ ਈਨ ਕਮੂਨ ਕਰ ਲਓ, ਤੁਸੀਂ ਮੰਨ ਜਾਓ ਕਿ ਤੁਸੀਂ ਇਸਲਾਮ ਦੇ ਦਾਇਰੇ ਦੇ ਵਿੱਚ ਆ ਗਏ ਹੋ। ਸਤਿਗੁਰ ਆਖਦੇ ਨੇ ਕਿ ਯਾਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਕੰਚਨ ਕਹਿ ਜਾਂਦੇ ਸੋਨੇ ਨੂੰ, ਮਿੱਟੀ ਤੋਂ ਭਾਵ ਮਿੱਟੀ। ਜਿਹੜਾ ਸੋਨੇ ਔਰ ਮਿੱਟੀ ਨੂੰ ਇੱਕ ਕਰਕੇ ਮੰਨੇ, ਭਾਵ ਕਿ ਇੱਕੋ ਹਾਲਤ ਵਿੱਚ ਰਹੇ। ਸੁਖ ਆਇਆ ਤਾਂ ਵੀ ਮਾਲਕ ਦਾ ਸ਼ੁਕਰਾਨਾ, ਜੇ ਦੁੱਖ ਹੈ ਤਾਂ ਵੀ ਰੱਬ ਦਾ ਸ਼ੁਕਰ ਹੈ। ਉਸ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਅਸਲ ਦੇ ਵਿੱਚ ਇਹ ਹੈ ਕੰਚਨ ਮਾਟੀ ਮਾਨੈ, ਜਿਸ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਨੇ ਜੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਹੀ ਹੈ ਜੀਵਨ ਮੁਕਤ। ਅਸਲ ਦੇ ਵਿੱਚ ਉਹ ਜੀਵ ਜਿਹੜਾ ਹੈ ਉਹ ਜੀਵਨ ਅੰਦਰ ਜਿੰਦਿਆਂ ਹੋਇਆਂ ਹੀ ਮੁਕਤ ਹੈ। ਔਰ ਕਮਾਲ ਦੀ ਗੱਲ ਹੈ ਕਿ ਹਿੰਦੁਸਤਾਨ ਦੀ ਧਰਤੀ ਉੱਪਰ ਹੀ ਤੇ ਬਾਹਰ ਵੀ ਅਸੀਂ ਦੇਖਦੇ ਹਾਂ, ਸੰਸਾਰ ਦੇ ਵਿੱਚ ਭਾਵੇਂ ਮਨੁੱਖ ਚੰਗੇ ਕਰਮ ਕਰੇ ਭਾਵੇਂ ਨਾ ਕਰੇ, ਜਿੰਦਿਆਂ ਹੋਇਆਂ ਮਰਨ ਤੋਂ ਬਾਅਦ ਉਹਦੀ ਮੁਕਤੀ ਲਈ ਹਰ ਇੱਕ ਧਾਰਮਿਕ ਸਥਾਨ ਦੇ ਉੱਪਰ ਕਾਮਨਾ ਕੀਤੀ ਜਾਂਦੀ ਹੈ। ਇੰਜ ਕਹਿ ਲਵਾਂ, ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਪ੍ਰਾਰਥਨਾ ਕੀਤੀ ਜਾਂਦੀ ਹੈ ਉਹ ਜੀਵ ਮੁਕਤ ਹੋ ਜਾਏ। ਪਰ ਜਦੋਂ ਭਗਤਾਂ ਦੇ ਜੀਵਨ ਨੂੰ ਪੜ੍ਹਦੇ ਹਾਂ ਤੇ ਭਗਤ ਸਾਹਿਬਾਨ ਆਪਣੀ ਪਾਵਨ ਬਾਣੀ ਅੰਦਰ ਆਖਦੇ ਨੇ ਕਿ ਮੂਏ ਹੋਏ ਜੋ ਮੁਕਤ ਕਰੋਗੇ, ਮੁਕਤ ਨਾ ਜਾਣੇ ਕੋਇਲਾ। ਕਹਿੰਦੇ ਹੇ ਦਾਤਾ, ਜੇ ਮਰਨ ਤੋਂ ਬਾਅਦ ਮੈਨੂੰ ਮੁਕਤੀ ਕੀਤੀ, ਉਸ ਮੁਕਤੀ ਦੀ ਮੈਨੂੰ ਚਾਹਨਾ ਨਹੀਂ ਹੈ। ਉਹ ਆਖਦੇ ਕਿ ਜਿੰਦਿਆਂ ਹੋਇਆਂ ਹੀ ਇਹਨਾਂ ਵਿਸ਼ੇ ਵਿਕਾਰਾਂ ਤੋਂ ਮੈਂ ਮੁਕਤ ਹੋ ਜਾਵਾਂ, ਆਜ਼ਾਦ ਹੋ ਜਾਵਾਂ। ਅਸਲ ਦੇ ਗੁਰਬਾਣੀ ਨੇ ਉਸ ਨੂੰ ਜੀਵਨ ਮੁਕਤ ਕਿਹਾ ਹੈ।
ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਨੇ ਕਿ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਮੁਕਤ ਇੱਥੇ ਹੋਣਾ ਹੈ। ਗੁਰਦੇਵ ਦੀ ਪਾਵਨ ਬਾਣੀ ਅੰਦਰ ਬਚਨ ਆਉਂਦੇ ਨੇ, ਮਹਾਰਾਜ ਆਖਦੇ ਨੇ ਰਾਜ ਨਾ ਚਾਹੋ ਮੁਕਤ ਨਾ ਚਾਹੋ। ਮੈਂ ਰਾਜ ਭਾਗ ਵੀ ਨਹੀਂ ਚਾਹੁੰਦਾ, ਮੈਂ ਮੁਕਤੀ ਵੀ ਨਹੀਂ ਚਾਹੁੰਦਾ। ਗੁਰਦੇਵ ਪਾਤਸ਼ਾਹ ਫਿਰ ਕੀ ਕਾਮਨਾ ਹੈ? ਮਨ ਪ੍ਰੀਤ ਚਰਨ ਕਮਲਾਰੇ, ਕਿ ਮੇਰੀ ਪ੍ਰੀਤ ਮਾਲਕ ਦੇ ਚਰਨਾਂ ਦੇ ਨਾਲ ਬਣੀ ਰਹੇ, ਮਾਲਕ ਦੇ ਚਰਨਾਂ ਦੇ ਨਾਲ ਮੈਂ ਜੁੜਿਆ ਰਵਾਂ। ਕਹਿੰਦੇ ਕਿ ਮੇਰੀ ਤੇ ਇਹੀ ਬੇਨਤੀ ਹੈ। ਕਬੀਰ ਸਾਹਿਬ ਨੇ ਬਨਾਰਸ ਦੀ ਧਰਤੀ ਦੇ ਉੱਪਰ ਜਨਮ ਲਿਆ। ਬਨਾਰਸ ਕਾਸ਼ੀ ਬੜੀ ਪਾਕ ਥਾਂ ਹੈ, ਉਹ ਸਨਾਤਨ ਧਰਮ ਦੇ ਅੰਦਰ ਮੁਬਾਰਕ ਹੈ। ਉਹਨਾਂ ਨੂੰ ਜੋ ਇੱਕ ਖਾਸ ਥਾਂ ਨੂੰ ਮੁਬਾਰਕ ਮੰਨਦੇ ਨੇ। ਪਰ ਜਦੋਂ ਭਗਤ ਕਬੀਰ ਸਾਹਿਬ ਜੀ ਬਨਾਰਸ ਦੀ ਧਰਤੀ ਉੱਪਰ ਰਹੇ, ਅਖੀਰ ਕਬੀਰ ਸਾਹਿਬ ਦਾ ਜਦੋਂ ਵੇਲਾ ਆਇਆ, ਉਹ ਬਨਾਰਸ ਛੋੜ ਕੇ ਮਗਹਰ ਆ ਗਏ। ਕਿਸੇ ਨੇ ਕਬੀਰ ਸਾਹਿਬ ਨੂੰ ਕਿਹਾ, ਕਬੀਰ ਸਿਆਣਾ ਬਣ, ਸਾਰੀ ਜ਼ਿੰਦਗੀ ਤੋਂ ਬਨਾਰਸ ਦੀ ਧਰਤੀ ਪਰ ਗੁਜ਼ਾਰੀ ਹੈ। ਬਨਾਰਸ ਦੀ ਉਹ ਪਾਕ ਧਰਤੀ ਹੈ ਜਿੱਥੇ ਜੋ ਜੀਵ ਚੜ੍ਹਾਈ ਕਰ ਜਾਏ, ਇੰਜ ਕਹਿ ਲਵਾਂ ਸੰਸਾਰ ਚੋਂ ਪ੍ਰਾਣ ਤਿਆਗਦਾ ਹੈ, ਉਹਨੂੰ ਮੁਕਤੀ ਮਿਲਦੀ ਹੈ। ਕਿਉਂਕਿ ਵਰਨ ਵਨ ਅਨੁਸਾਰ ਜਿੱਥੇ ਵਰਨਾਂ ਦੀ ਵੰਡ ਹੋਈ, ਉੱਥੇ ਜੀਵਨ ਦੀਆਂ ਉਹਨਾਂ ਘੜੀਆਂ ਦੀ ਵੀ ਵੰਡ ਕੀਤੀ ਗਈ, ਸਮੇਂ ਨੂੰ ਵੀ ਵੰਡਿਆ ਗਿਆ। 25-25 ਸਾਲ ਕਰਕੇ 4 ਹਿੱਸਿਆਂ ਦੇ ਵਿੱਚ ਜ਼ਿੰਦਗੀ ਨੂੰ ਵੰਡਿਆ ਗਿਆ। 75 ਸਾਲ ਤੋਂ ਬਾਅਦ ਲੋਕੀ ਆਪਣਾ ਘਰ-ਬਾਰ ਤਿਆਗ ਕੇ, ਗ੍ਰਸਥ ਤਿਆਗ ਕੇ ਉਹ ਬਨਾਰਸ ਵੱਲ, ਕਾਸ਼ੀ ਵੱਲ ਚਲੇ ਜਾਂਦੇ ਸਨ। ਤੇ ਉਹਨਾਂ ਦਾ ਇਹ ਭਾਵ ਸੀ ਕਿ ਅਖੀਰਲੇ ਸਵਾਸ ਜੇ ਬਨਾਰਸ ਕਾਸ਼ੀ ਦੇ ਵਿੱਚ ਗੁਜ਼ਰਨਗੇ ਤੇ ਅਖੀਰ ਜਦੋਂ ਉੱਥੇ ਸਵਾਸ ਤਿਆਗੇ ਜਾਣਗੇ, ਉਸ ਜੀਵ ਨੂੰ ਸਵਰਗ ਦੀ ਪ੍ਰਾਪਤੀ ਹੋਏਗੀ। ਕਬੀਰ ਸਾਹਿਬ ਨੂੰ ਵੀ ਇਹ ਗੱਲ ਕਹੀ ਗਈ ਤੇ ਉਹਨਾਂ ਦਾ ਮੰਨਣਾ ਹੈ ਕਿ ਕਾਸ਼ੀ ਜਿਹੜੀ ਹੈ, ਸ਼ਿਵ ਜੀ ਨੇ ਇਸ ਨੂੰ ਬਲੈਸਿੰਗ ਦਿੱਤੀ ਹੈ, ਔਰ ਨਾਲ ਜੋ ਮਗਰ ਹੈ ਉਹਨੂੰ ਸ਼ਰਾਪ ਦਿੱਤਾ ਹੈ ਕਿ ਜੋ ਵੀ ਇੱਥੇ ਪ੍ਰਾਣ ਤਿਆਗੇਗਾ ਉਹ ਗਰਦਬ ਦੀ ਜੋਨੀ ਅੰਦਰ, ਜਿਹਨੂੰ ਖੋਤੇ ਦੀ ਜੋਨੀ ਕਿਹਾ ਜਾਂਦਾ ਹੈ, ਗਰਦਬ ਤੋਂ ਭਾਵ ਖੋਤਾ, ਉਹ ਖੋਤੇ ਜੋਨੀ ਅੰਦਰ ਪਏਗਾ। ਕਬੀਰ ਸਾਹਿਬ ਬਨਾਰਸ ਤਿਆਗ ਕੇ ਮਗਰ ਆ ਗਏ। ਕਿਸੇ ਨੇ ਸਮਝਾਇਆ ਕਿ ਕਬੀਰ ਸਿਆਣਾ ਬਣ, ਤੇਰਾ ਜਨਮ ਜਿਹੜਾ ਹੈ ਉਹ ਬਨਾਰਸ ਦਾ ਹੈ, ਕਾਸ਼ੀ ਦਾ ਹੈ, ਅਖੀਰ ਤੋਂ ਮਗਹਰ ਆ ਗਏ, ਮਗਹਰ ਨੂੰ ਛੋੜ ਕੇ ਤੂੰ ਬਨਾਰਸ ਜਾ। ਕਬੀਰ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ। ਕਬੀਰ ਸਾਹਿਬ ਬਾਣੀ ਅੰਦਰ ਆਖਦੇ ਨੇ ਕਿ ਸਗਲ ਜਨਮ ਸ਼ਿਵਪੁਰੀ ਬਿਤਾਇਆ, ਸਾਰਾ ਜਨਮ ਜਿਹੜਾ ਹੈ ਉਹ ਸ਼ਿਵਪੁਰੀ ਦੇ ਅੰਦਰ ਬਤੀਤ ਕੀਤਾ ਹੈ। ਮਰਤੀ ਬਾਰ ਮਗਹਰ ਉਠ ਆਇਆ, ਅਖੀਰ ਵੇਲੇ ਤੋਂ ਮਗਰ ਆ ਗਏ। ਪਰ ਕਬੀਰ ਸਾਹਿਬ ਆਖਦੇ ਨੇ, ਉਹ ਆਖਦੇ ਨੇ ਕਿ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਛਿਆ ਜਾਈ। ਮਨ ਤੋਂ ਕਠੋਰ ਹੋਏ, ਲੋਕਾਂ ਦੇ ਉੱਪਰ ਦਇਆ ਨਾ ਕਰਦਾ ਹੋਏ, ਤੇ ਭਾਵੇਂ ਉਹ ਕਾਸ਼ੀ ਬਨਾਰਸ ਦੇ ਕਿਉਂ ਨਾ ਗੁਜ਼ਰੇ। ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਛਿਆ ਜਾਈ। ਹਰ ਕਾ ਸੰਤ ਮਰੈ ਹਡੰਬੈ, ਸਗਲੀ ਸੈਨ ਤਰਾਈ। ਉਹ ਤੇ ਆਪਣੀਆਂ ਕੁੱਲਾਂ ਤਾਰ ਦਿੰਦਾ ਹੈ, ਕਿਉਂਕਿ ਕਬੀਰ ਸਾਹਿਬ ਨੂੰ ਨਿਸ਼ਚਾ ਹੈ, ਵਿਸ਼ਵਾਸ ਹੈ। ਉਹ ਆਖਦੇ ਨੇ ਕਿ ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭਏ ਹੈ। ਰਾਮ ਔਰ ਕਬੀਰ ਹੁਣ ਇੱਕ ਹੋ ਗਏ ਨੇ, ਕੋਈ ਨਾ ਸਕੈ ਪਛਾਨੀ। ਉਹਨਾਂ ਅੰਦਰ ਭੇਦ ਹੀ ਨਹੀਂ ਰਿਹਾ। ਸਤਿਗੁਰ ਆਖਦੇ ਨੇ ਕਿ ਪੂਰਨ ਪੁਰਖ ਦੇ ਇਹ ਗੁਣ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਸੋਨੇ ਔਰ ਮਿੱਟੀ ਨੂੰ ਇੱਕ ਕਰਕੇ ਜਾਣੇ। ਸੋਨੇ ਔਰ ਮਿੱਟੀ ਦੇ ਵਿੱਚ ਭਾਵ ਕਿ ਇੱਕੋ ਅਵਸਥਾ ਹੋਏ। ਮੰਨਿਆ ਜਾਂਦਾ ਹੈ ਕਿ ਭਰਥਰੀ ਜੋ ਸਨ ਰਾਜਾ ਸੀ ਉਹ, ਤੇ ਭਰਥਰੀ ਅਖੀਰ ਵੇਲੇ ਜਦੋਂ ਘਰ-ਬਾਰ ਤਿਆਗ ਕੇ, ਰਾਜ ਭਾਗ ਤਿਆਗ ਕੇ ਤੁਰਨ ਲੱਗਾ ਨਾ, ਜਦੋਂ ਰਸਤੇ ਵਿੱਚ ਕਿਸੇ ਨੇ ਪਾਨ ਖਾ ਕੇ ਥੁੱਕਿਆ, ਉਹ ਪਾਨ ਦਾ ਥੁੱਕ ਥੋੜਾ ਸੁੱਕ ਗਿਆ, ਸੂਰਜ ਦੀਆਂ ਕਿਰਨਾਂ ਪਈਆਂ, ਉਹ ਲਿਸ਼ਕ ਰਿਹਾ ਸੀ, ਚਮਕ ਰਿਹਾ ਸੀ। ਭਰਥਰੀ ਜੀ ਨੇ ਦੇਖਿਆ ਕੁਝ ਚਮਕਦਾ ਹੋਇਆ, ਹੱਥ ਨੀਚੇ ਕਰਕੇ ਉਸ ਨੂੰ ਪਕੜਨ ਲੱਗੇ। ਜਦੋਂ ਹੱਥ ਭਰ ਗਿਆ ਪਾਕ ਦੇ ਨਾਲ, ਹੱਥ ਮਲੀਨ ਹੋ ਗਿਆ, ਮੱਥੇ ਦੇ ਉੱਪਰ ਹੱਥ ਮਾਰਿਆ, ਆਖਣ ਲੱਗਾ ਭਰਥਰੀ ਕਾਹਦਾ ਤੂੰ ਤਿਆਗੀ ਹੈ?
राज भाग त्याग के आया, सारा परिवार दुनिया के सुख त्याग के आ गए, पर अजे भी तू सोने नू सोना समझी बैठा है। इसे करके रब ने कुदरत खेड़ी कि तेरा हक मलीनता दे विच तेरा हाथ जिहड़ा सी वो मलीन भर के तेनू समझा दिता कि सोने दे विच टिकिया हुए तेरी ते अवस्था सोने और मिट्टी नू एक वर्गी हो जानी चाहिए है। गुरुदेव पातशाह आखदे ने कि जो मनुख सोने और मिट्टी नू करके जाने, भाव के इको अवस्था अंदर रहे सुखां और दुखां दे विचों, न निंदिया न उस्तत जा कै, वो किसी की निंदिया और उस्तत तो पाਉਂਦਾ खुशामद करनी। लोभ मोह अभिमाना, लोभ और मोह तो उच्चा उठ के जन्म बतीत करता है। हरक सोग ते रह नियारो, हरक तो पाਉਂਦਾ खुशी, सोग तो भाव गमी, इन्हां तो निर्लेप जिंदगी बतीत करता है। ना ही मान अपमाना, ना उसनों मान छो सके, ना अपमान, भावें उदी कोई उस्तत करे ते भावें उदी कोई बेइज्जती करे, वो निर्लेप रहिंदा है। संतां नूं गुरमुखां नूं भावें कोई भले वचन बोले ते भावें कोई माड़े बोल बोले, वो इक्को अवस्था च रहिंदे ने, जिसनूं पातशाह आखदे ने कि भावें मिट्टी नूं भावें कोई चंदन दा लेप करे ते भावें उहदे पर हल जोते, उहदा सुभाव ते लोकां नूं अनाज पैदा करके उन्हां दी पालना करना है। इसे तरह पूਰਨ पुरख दे ये गुण ने। महाराज आखदे कि आसा मनसा सगल त्यागै, अपनियां आसावां मनसा तो भाव उम्मीदां जड़ियां ने सगल त्यागै, जग ते रह निराशा, संसार तो निराश होके, निराश तो भाव ये नहीं कि घर बार त्याग दिंदा है, निराश तो भाव निर्लेप होके जिंदगी बतीत करता है। ते अखीर दे आखदे ने कि काम क्रोध जह परसै नाहन, जिदे जीवन अंदर ना ही काम ना ही क्रोध, परसै तो भाव टच करना, छो जाना, प्रभाव पा देना। काम क्रोध जह परसै नाहन, ते घट ब्रह्म निवासा, उन्हां दे हिरदे अंदर ब्रह्म दा, परमात्मा दा, वाहिगुरु दा निवास है। गुर किरपा जह नर को कीनी, अखीरियां पंक्तियां अंदर धन गुरु तेग बहादुर सच्चे पातशाह रहमत करते हैं कि गुर किरपा, गुरु ने एक किरपा जह नर को कीनी, जिस नर दे उपर कर दी, जिस मनुख दे उपर कर दी, ते ये जुगत पछानी, उसने ये जुगत नूं पछाण लिया है। ते नानक लीन भयो गोबिंद सिंह, नानक वखरा है, असी नानक लीन कह देंदे आ। नानक कहते ने भाव के गुरु तेग बहादुर सच्चे पातशाह आखते ने कि नानक लीन भयो गोबिंद सिंह, ओ जीव परमात्मा दे नाल इस तरह लीन हो जाता है, इस तरह एकमिक हो जाता है ज्यों पानी संग पानी। जिवें दो गिलासां दा पानी एक जगह ते पर इकट्ठा कर दिता जाए तो आख्या जाए पहले गिलास दा कित्थे है, दूसरे दा कित्थे है, वो हुण परमात्मा दे अंदर लीन हो गया, जिसनूं कबीर साहब आखदे ने अब तो जाए चढ़ै सिंघासन मिल है सारंग पानी, राम कबीरा एक भेन है कोई ना सके पछानी। इसे तरह वो जीव परमात्मा दे च भेद होके परमात्मा का रूप हो जाता है। फिर वो कह दिंदा कि तो ही मोही, मोही तो ही अंतर कैसा, कि हे परमात्मा तेरे विच और मेरे विच, मेरे विच और तेरे विच हुण कोई अंतर नहीं। परमात्मा का रूप वो जीव हो गया, वो जीव भी परमात्मा का हो गया। कदों जदों जीव अपने मुड़ की पछाण कर ले कि मन तो जोत स्वरूप है अपना मूल पछाण, अपने मूल दे नाल अपने असले दे नाल जुड़ना कर सतगुर कृपा करन। पावन बचन हिरदे वस जान, बोलदियां बेअंत भुला गुरु समरथ है, संगत बख्शण जोग है बख्श देना आखो जी। वाहिगुरु जी का खालसा वाहिगुरु जी की फतेह।